ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਲਾਰ ਦੀ ਵਾਰ ਜਿਹੜੀ ਆ ਉਹਦੇ ਅੰਦਰ ਸਾਉਣ ਮਹੀਨੇ ਦੇ ਬਾਰੇ ਬਚਨ ਕਰਦੇ ਆ ਵੀ ਸਾਉਣ ਮਹੀਨਾ ਪੁਰਾਣੇ ਸਮੇਂ ਦੌਰਾਨ ਲੋਕਾਂ ਦਾ ਕਿਸ ਤਰ੍ਹਾਂ ਗੁਜ਼ਰਦਾ ਸੀ, ਕਿਉਂਕਿ ਸਮਾਂ ਬਦਲ ਗਿਆ। ਹੁਣ ਤਾਂ ਉਸ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਹੈ ਜੋ ਪੁਰਾਣੇ ਸਮੇਂ 'ਚ ਮੁਸ਼ਕਲਾਂ ਹੁੰਦੀਆਂ ਸਨ। ਅਤੇ ਮਹਾਰਾਜ ਦੇ ਬਲਿਹਾਰੀ ਕੁਦਰਤ ਵਸਿਆ। ਜਦੋਂ ਕੋਈ ਕੁਦਰਤ ਦੇ ਬਿਲਕੁਲ ਨੇੜੇ ਹੁੰਦਾ ਹੈ, ਕਾਦਰ ਦੇ ਵਿੱਚੋਂ ਕੁਦਰਤ ਵਿੱਚੋਂ ਕਾਦਰ ਨੂੰ ਤੱਕਦਾ ਹੈ, ਅਤੇ ਉਹਦੇ ਸਾਹਮਣੇ ਜੋ ਕੁਛ ਵੀ ਆ ਉਹ ਗਿਆਨ ਵਾ। ਸਾਡੇ ਸਾਹਮਣੇ ਭਾਵੇਂ ਧਰਮ ਦਾ ਕੋਈ ਗ੍ਰੰਥ ਵੀ ਰੱਖ ਦਿਓ ਅਤੇ ਸਾਡੀ ਸਮਝ ਤੋਂ ਬਾਹਰ ਵਾ ਧਰਮ ਦਾ ਗ੍ਰੰਥ ਵੀ। ਅਤੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਦਾ ਵਰਤਾਰਾ ਵਾ, ਸ਼ਾਂਤ ਲੋਕ ਜਿਹੜੇ ਨੇ, ਰੱਬ ਨਾਲ ਜੁੜੇ ਲੋਕ ਨੇ ਜਿਹੜੇ। ਮੈਂ ਅੱਜ ਵੀ ਇੱਕ ਪੋਸਟ ਪਾਈ ਸੀ ਕਿ ਜਿਹੜੀ ਅਮੀਰੀ ਆਪਣੀ ਸ਼ਾਂਤੀ ਹੈ ਨਾ, ਇੱਕ ਬਹੁਤ ਵੱਡੀ ਸ਼ਕਤੀ ਹੈ ਸ਼ਾਂਤੀ। ਅਤੇ ਗੁਰੂ ਤੇਗ ਬਹਾਦਰ ਦੇ ਕੋਲ ਸ਼ਾਂਤੀ ਹੈ, ਅਤੇ ਉਹ ਸ਼ਾਂਤੀ ਨੂੰ ਵੱਡੀ ਤਾਕਤ ਸਮੇਂ ਦੀ ਬਾਦਸ਼ਾਹ ਵੀ ਭੰਗ ਨਹੀਂ ਕਰ ਸਕਿਆ। ਉਹ ਸ਼ਕਤੀ ਨੂੰ ਸੀਹੇ ਮਸੰਦ ਵੱਲੋਂ ਧੀਰਮਲ ਦੇ ਕਹਿਣ 'ਤੇ ਚਲਾਈ ਗੋਲੀ ਵੀ ਭੰਗ ਨਹੀਂ ਕਰ ਸਕੀ। ਸ਼ਾਂਤੀ ਵੱਡੀ ਸ਼ਕਤੀ ਹੈ। ਅੱਜ ਦਾ ਮਨੁੱਖ ਇਹਨਾਂ ਚੀਜ਼ਾਂ ਤੋਂ ਹੀਣਾ ਹੋ ਚੁੱਕਾ ਹੈ। ਧੀਰਜ ਤੋਂ, ਸ਼ਾਂਤੀ ਤੋਂ, ਸਹਿਜ ਤੋਂ, ਸਬਰ ਤੋਂ, ਸੰਤੋਖ ਤੋਂ, ਸਿਦਕ ਤੋਂ, ਧਰਮ ਤੋਂ, ਸਭ ਤੋਂ ਹੀਣਾ ਹੋ ਚੁੱਕਾ ਹੈ ਮਨੁੱਖ। ਖਾਲੀ ਥੋਥਾ। ਅਤੇ ਜਿੱਥੇ ਸ਼ਾਂਤੀ ਬਹੁਤ ਵੱਡੀ ਸ਼ਕਤੀ ਹੈ, ਉੱਥੇ ਸ਼ਾਂਤੀ ਬਹੁਤ ਵੱਡੀ ਦੌਲਤ ਵੀ ਹੈ। ਅਤੇ ਦੁਨੀਆ ਦੀ ਸਾਰੀ ਦੌਲਤ ਦੇ ਵੱਟੇ ਸ਼ਾਂਤੀ ਨਹੀਂ ਮਿਲਦੀ। ਇਸ ਦਾ ਮਤਲਬ ਸ਼ਾਂਤੀ ਵੱਡੀ ਦੌਲਤ ਹੈ। ਤੀਸਰਾ ਸੀ ਕਿ ਸ਼ਾਂਤੀ ਬਹੁਤ ਵੱਡੀ ਅਮੀਰੀ ਆ, ਅਤੇ ਦੁਨੀਆ ਦੇ ਅਮੀਰੀ ਇਹਦੇ ਮੁਕਾਬਲੇ 'ਤੇ ਕੱਖ ਵੀ ਨਹੀਂ ਹੈ। ਇਹ ਜਦੋਂ ਫਿਰ ਰੱਬ ਦੇ ਪਿਆਰੇ ਇੱਦਾਂ ਸ਼ਾਂਤ ਹੋ ਕੇ ਬਹਿੰਦੇ ਨੇ, ਫਿਰ ਰੱਬੀ ਗਿਆਨ ਅੰਦਰੋਂ ਫੁੱਟਦਾ ਹੈ, ਅਤੇ ਉਸ ਨੂੰ ਕਵਿਤਾ ਦੇ ਰੂਪ ਵਿੱਚ ਅਤੇ ਅਲੰਕਾਰ ਦੇ ਰੂਪ ਵਿੱਚ। ਅਲੰਕਾਰ ਕਿਹੜਾ ਵਰਤਣਾ ਹੈ? ਜੇ ਹਾੜ ਮਹੀਨਾ ਹੈ ਅਤੇ ਤਪ ਦੀ ਤਪਸ਼ ਦਾ ਜ਼ਿਕਰ ਕਰਨਾ ਹੈ। ਹਾਂਜੀ, ਸੂਰਜ ਗਗਨ ਤਪੇ ਦਾ ਜ਼ਿਕਰ ਕਰਨਾ ਹੈ। ਜੇ ਸਾਵਣ ਅਤੇ ਸਾਵਣ ਵਣ ਹਰਿਆਵਲੇ ਦਾ ਜ਼ਿਕਰ ਕਰਨਾ। ਚੇਤ ਅਤੇ ਉਦੋਂ ਚੇਤਨਾ ਆਈ ਹੁੰਦੀ ਸਾਰੇ ਰੁੱਖਾਂ ਪੇਡਾਂ ਦੇ ਵਿੱਚ, ਅਤੇ ਉਦੋਂ ਕਹਿੰਦੇ ਚੇਤ ਗੋਬਿੰਦ ਆਰਾਧੀਏ। ਨਵਾਂ ਜੀਵਨ ਮਿਲਦਾ ਗੋਬਿੰਦ ਦੀ ਆਰਾਧਨਾ ਕੀਤਿਆਂ ਹੋਇਆ। ਇਹ ਫਿਰ ਰੱਬੀ ਯਾਦ ਵਿੱਚ ਜੁੜਿਆਂ ਦੇ ਅੰਦਰੋਂ ਫਿਰ ਗਿਆਨ ਦਾ ਜਦੋਂ ਸੋਮਾ ਫੁੱਟਦਾ, ਅਤੇ ਫਿਰ ਮਹਾਰਾਜ ਉਸ ਸਮੇਂ ਨੂੰ ਮੁੱਖ ਰੱਖਦੇ ਹੋਏ ਬਚਨ ਕਰਦੇ ਆ ਕਿ ਨਾਨਕ ਸਾਵਣ ਜੇ ਵਸੇ, ਵਸਣਾ ਮੈਨੇ ਵਰਨਾ। ਬੱਦਲ ਵਰਸਿਆ, ਵਸਣਾ ਕਹਿ ਲਓ, ਵਰ ਗਿਆ। ਮੀਂਹ ਪੈ ਗਿਆ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਅਤੇ ਸਾਹਿਬ ਕਹਿੰਦੇ ਜੇ ਵਸੇ, ਨਾਨਕ ਸਾਵਣ ਜੇ ਵਸੇ, ਚੌਂ ਉਮਾਹਾਂ ਹੋਏ। ਚੌਂ ਦੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ। ਹਾਲਾਂਕਿ ਥਲੜੀ ਤੁਕ 'ਚ ਇਹ ਲਿਖਿਆ ਕਿ ਨਾਨਕ ਸਾਵਣ ਜੇ ਵਸੇ, ਚੌਂ ਵਿਛੋੜਾ ਹੋਵੇ। ਉਹਦਾ ਜ਼ਿਕਰ ਅੱਗੇ ਜਾ ਕੇ ਕਰਾਂਗੇ ਆਪਾਂ। ਇੱਥੇ ਮਾਰ ਕਹਿੰਦੇ ਚੌਂ ਉਮਾਹਾ ਹੋਏ। ਉਹ ਕਿਹੜੇ ਚਾਰ ਨੇ ਜਿਨ੍ਹਾਂ ਦੇ ਅੰਦਰ ਸਾਉਣ ਮਹੀਨਾ ਆਉਂਦੇ ਆਨੰਦ ਵੱਧ ਜਾਂਦਾ ਹੈ? ਉਹ ਹੈ ਨਾਗਾਂ ਪਹਿਲਾ,
ਜੇਠ ਹਾੜ ਦੀ ਤਪਸ਼ ਨੇ ਤਪੀ ਹੋਈ ਧਰਤੀ ਨੇ ਨਾਗਾਂ ਨੂੰ ਬੜਾ ਦੁੱਖ ਦਿੱਤਾ। ਸੱਪ ਬੜੇ ਦੁਖੀ ਹੁੰਦੇ ਨੇ ਜੇਠ ਹਾੜ 'ਚ, ਧਰਤੀ 'ਤੇ ਚੱਲ ਨਹੀਂ ਸਕਦੇ, ਸੜੀ ਜ਼ਮੀਨ ਹੈ ਅਤੇ ਸਾਰਾ ਸਰੀਰ ਲੈ ਕੇ ਧਰਤੀ 'ਤੇ ਉਹਨਾਂ ਨੂੰ ਤੁਰਨਾ ਪੈਂਦਾ ਹੈ, ਰੀਂਗਦੇ ਨੇ ਉਹ। ਹਾਂਜੀ, ਬੜੇ ਤਪਦੇ ਨੇ ਉਹ, ਖੁੱਡਾਂ 'ਚ ਵੜਿਆ ਨਹੀਂ ਜਾਂਦਾ, ਬੜੀ ਤਪਸ਼ ਪੈਂਦੀ ਉਹਨਾਂ ਨੂੰ। ਅਤੇ ਜਿੱਦਣ ਮੀਂਹ ਪੈਂਦਾ, ਸਾਹਿਬ ਕਹਿੰਦੇ ਠੰਡ ਹੋ ਜਾਂਦੀ ਹੈ ਨਾ, ਮੱਛਰ ਸੈਰ ਉਹ ਫਿਰ ਮੱਛਰਦੇ ਨੇ। ਨਾਗ ਬੜੇ ਖੁਸ਼ ਹੁੰਦੇ ਨੇ ਸਾਉਣ ਮਹੀਨੇ 'ਚ। ਮਿਰਗਾਂ, ਦੂਸਰਾ ਮਿਰਗ ਕਿਉਂ ਖੁਸ਼ ਹੁੰਦੇ ਨੇ ਕਿ ਮਿਰਗ ਜਿਹੜਾ ਉਹ ਹਰੀ ਹਰੀ ਘਾਹ ਚੁਗਦਾ ਹੈ। ਇਹ ਸ਼ਾਕਾਹਾਰੀ ਪਸ਼ੂ ਹੈ, ਘਾਹ ਖਾਣ ਵਾਲੇ ਕਦੀ ਮਾਸ ਨਹੀਂ ਖਾਂਦੇ, ਮਾਸ ਖਾਣ ਵਾਲੇ ਕਦੀ ਘਾਹ ਨਹੀਂ ਖਾਂਦੇ। ਹੁਣ ਜੰਗਲ ਵਿੱਚ ਸ਼ੇਰ ਵੀ ਰਹਿੰਦਾ ਹੈ, ਉਹ ਘਾਹ ਨਹੀਂ ਖਾਂਦਾ, ਉਹਨੂੰ ਸੌਣ ਦੇ ਨਾਲ ਕੋਈ ਮਤਲਬ ਨਹੀਂ ਹੈ। ਇਹ ਸਾਉਣ ਮਹੀਨਾ ਵੀ ਆ ਗਿਆ। ਇਹ ਜਿਹੜੇ ਘਾਹ ਖਾਣ ਵਾਲੇ ਜੰਗਲੀ ਜਾਨਵਰ ਨੇ, ਇਹਨਾਂ ਨੂੰ ਇੱਕ ਤਾਂ ਪਾਣੀ ਮਿਲ ਜਾਂਦਾ, ਢਾਬਾਂ ਭਰ ਜਾਂਦੀਆਂ ਨੇ। ਇਹ ਪੁਰਾਣੇ ਸਮੇਂ 'ਚ ਹਜ਼ਾਰਾਂ ਢਾਬਾਂ ਹੁੰਦੀਆਂ ਸੀ ਧਰਤੀ ਉੱਤੇ, ਉੱਚੀਆਂ ਨੀਵਾਂ ਥਾਵਾਂ ਜਿੱਥੇ ਪਾਣੀ ਖਲੋ, ਜਿਹਨੂੰ ਢਾਬ ਬੋਲਿਆ ਜਾਂਦਾ, ਖਦਰਾਣੇ ਦੀ ਢਾਬ। ਅਤੇ ਮਨੁੱਖ ਨੇ ਕੁਦਰਤ ਦੇ ਨਾਲ ਖਿਲਵਾੜ ਕੀਤਾ, ਢਾਬਾਂ ਨੂੰ ਪੂਰ ਦਿੱਤਾ, ਪੱਧਰਿਆਂ ਕਰ ਦਿੱਤਾ। ਅਤੇ ਹੁਣ ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਅਤੇ ਪਾਣੀ ਲੋਕਾਂ ਦੇ ਘਰਾਂ 'ਚ ਆ ਵੜਦਾ ਹੈ। ਅੱਗੇ ਢਾਬਾਂ 'ਚ ਰੁਕ ਜਾਂਦਾ ਸੀ। ਅਤੇ ਮਹਾਰਾਜ ਕਹਿੰਦੇ ਨਾਗਾਂ, ਮਿਰਗਾਂ ਨੂੰ ਇੱਕ ਤਾਂ ਘਾਹ ਮਿਲ ਜਾਂਦਾ ਹੈ ਸਾਉਣ ਮਹੀਨੇ 'ਚ ਤਾਜ਼ਾ, ਇੱਕ ਪਾਣੀ ਮਿਲ ਜਾਂਦਾ ਪੀਣ ਨੂੰ। ਜੰਗਲ 'ਚ ਪਾਣੀ ਦੀ ਬੜੀ ਮੁਸ਼ਕਿਲ ਆ, ਅਤੇ ਉਹ ਬੜੇ ਫਿਰ ਟੱਪਦੇ ਨੇ, ਬੜੇ ਆਨੰਦ 'ਚ ਹੁੰਦੇ ਨੇ। ਨਾਗਾਂ, ਦੂਸਰਾ ਮਿਰਗਾਂ। ਮੱਛੀਆਂ, ਪੁਰਾਣੇ ਸਮੇਂ 'ਚ ਜੇਠ ਹਾੜ ਦੇ ਵਿੱਚ ਛੱਪੜ ਜਿਹੜੇ ਸੀ ਉਹ ਸੁੱਕਣ ਦੇ ਕੰਢੇ ਪਹੁੰਚ ਜਾਂਦੇ ਸੀ, ਸੁੱਕ ਜਾਂਦੇ ਸੀ ਕਈ, ਅਤੇ ਕਈਆਂ ਥੋੜ੍ਹਾ ਬਹੁਤਾ ਪਾਣੀ ਰਹਿ ਵੀ ਜਾਂਦਾ ਸੀ ਵੱਡਿਆਂ ਛੱਪੜਾਂ 'ਚ। ਅਤੇ ਜਦੋਂ ਫਿਰ ਮੀਂਹ ਪੈਂਦਾ ਸਾਉਣ 'ਚ, ਮਹਾਰਾਜ ਕਹਿੰਦੇ ਮੱਛੀਆਂ ਫਿਰ ਬੜੇ ਆਨੰਦ 'ਚ ਆਉਂਦੀਆਂ ਨੇ, ਬੜੇ ਕਲੋਲ ਕਰਦੀਆਂ ਨੇ। ਉਹਨਾਂ ਦਾ ਜੀਵਨ ਹੈ ਪਾਣੀ, ਪਹਿਲਾਂ ਪਾਣੀ ਜੀਉ ਹੈ, ਜੇ ਧਰਿਆ ਸਭ ਕੋਇ। ਇੱਕ ਪਾਣੀ ਧਰਤੀ ਤੋਂ ਮੀਂਹ ਮੁੱਕ ਜੇ ਤੇ ਦੁਨੀਆ ਦੇ ਉੱਤੇ ਜੀਣਾ ਮੁਸ਼ਕਿਲ ਹੋ ਜਾਏਗਾ। ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਪਾਣੀ ਦੀ ਵਰਤੋਂ ਕਰਦੇ ਨੇ, ਅਤੇ ਜੇ ਮੀਂਹ ਨਾ ਪਵੇ ਤਾਂ ਫਿਰ ਤਾਂ ਬੜੀ ਮੁਸ਼ਕਿਲ ਬਣ ਜਾਏਗੀ। ਮੱਛੀਆਂ, ਇਹ ਤੀਸਰਾ ਮੱਛੀਆਂ। ਅਤੇ ਚੌਥਾ ਰੱਸੀਆਂ ਘਰ ਤਨ ਹੋਏ। ਅਤੇ ਇਸ ਮਹੀਨੇ ਜਦੋਂ ਫਿਰ ਰੁੱਤ ਸੁਹਾਵਣੀ ਹੁੰਦੀ ਆ, ਅਤੇ ਬਾਣੀ ਕਹਿੰਦੀ ਕਿ ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ। ਜਿੱਦਾਂ ਦੀ ਰੁੱਤ ਹੁੰਦੀ ਆ ਮਨੁੱਖ ਦੇ ਅੰਦਰ, ਉਸ ਤਰ੍ਹਾਂ ਦਾ ਹੀ ਖਾਣਾ ਖਾਣ ਦੀ ਇੱਛਾ ਜਾਗ ਪੈਂਦੀ ਆ। ਹੁਣ ਜਦੋਂ ਸਿਆਲ ਹੁੰਦਾ, ਧੁੰਦਾਂ ਪਈਆਂ ਹੁੰਦੀਆਂ, ਅਤੇ ਜੀਅ ਕਰਦਾ ਅਲਸੀ ਖਾਈਏ, ਪਿੰਨੀਆਂ ਖਾਈਏ, ਲੋਕ ਖਾਂਦੇ ਨੇ ਫਿਰ, ਕਿਉਂਕਿ ਰੁੱਤ ਨੇ ਹੀ ਮਜਬੂਰ ਕਰ ਦੇਣਾ ਖਾਣ ਨੂੰ ਕੁਛ। ਅਤੇ ਇਸੇ ਤਰ੍ਹਾਂ ਜਦੋਂ ਸਾਉਣ ਦਾ ਮਹੀਨਾ ਹੁੰਦਾ ਹੈ, ਜਿਹੜੇ ਰਸਕ ਪੁਰਖ ਨੇ, ਜਿਹੜੇ ਜ਼ੁਬਾਨ ਦੇ ਚਸਕਿਆਂ 'ਚ ਫਸੇ ਰਹਿੰਦੇ ਨੇ, ਉਹ ਵੀ ਬੜਾ ਆਨੰਦ ਮਾਣਦੇ ਨੇ। ਪੂੜੇ ਕੱਢੋ, ਖੀਰ ਬਣਾਓ, ਅੱਜ ਝੜੀ ਲੱਗੀ ਆ ਥੋੜ੍ਹੀ ਥੋੜ੍ਹੀ, 14ਵਾਂ ਰਤਨ ਵੀ ਛਕ ਲੈਂਦੇ ਨੇ ਬਹੁਤੇ। ਝੜੀ ਦੇ ਕਾਰਨ ਰਤਨ ਛਕਣ ਨੂੰ ਵੀ ਜੀਅ ਕਰ ਆਉਂਦਾ ਇਹਨਾਂ ਲੋਕਾਂ ਦਾ, ਫਿਰ ਛਕਦੇ ਵੀ ਨਹੀਂ ਉਹ, 14ਵਾਂ ਰਤਨ ਵੀ ਛਕ ਲੈਂਦੇ ਨੇ। ਇਹ ਚਾਰ ਨੇ ਜਿਨ੍ਹਾਂ ਅੰਦਰ ਉਮਾਹ ਪੈਦਾ ਹੁੰਦਾ। ਅਗਲੇ ਚਾਰ ਜਿਹੜੇ ਨੇ ਉਹਨਾਂ ਨੂੰ ਹੁਣ ਮੁਸ਼ਕਿਲ ਖੜੀ ਹੋ ਜਾਣੀ। ਉਹ ਕਿਹੜੇ ਨੇ ਸਾਹਿਬ ਅੱਗੇ ਦੱਸਣਗੇ। ਅਗਲਾ ਕਿ ਨਾਨਕ ਸਾਮਣ ਜੇ ਵਛੇ ਚੌਂ ਵਿਛੋੜਾ ਹੋਵੇ, ਚੌਂ ਨੂੰ ਵਿਛੋੜਾ ਹੋ ਜਾਂਦਾ, ਚਾਰ ਦੁਖੀ ਹੁੰਦੇ ਨੇ। ਉਹ ਕਿਹੜੇ ਨੇ?
ਪਹਿਲਾ ਗਾਈ ਪੁੱਤਾਂ, ਗਾਵਾਂ ਦੇ ਪੁੱਤਰ ਕੌਣ ਹੁੰਦੇ ਨੇ? ਬਲਦ। ਤੇ ਜਦੋਂ ਮੀਂਹ ਪੈਣਾ ਤੇ ਫਸਲ ਬੀਜਣੀ, ਫਿਰ ਤੇ ਇਹਨਾਂ ਨੂੰ ਫਿਰ ਖੁਰਲੀਆਂ ਤੋਂ ਲਾ ਕੇ ਪੰਜਾਲੀਆਂ ਅੱਗੇ ਜੋ ਲੈਣਾ ਜ਼ਿਮੀਂਦਾਰਾਂ ਨੇ, ਤੇ ਗਾਈਆਂ ਤੋਂ, ਆਪਣੀਆਂ ਮਾਵਾਂ ਤੋਂ, ਪਰਿਵਾਰ ਤੋਂ ਵਿਛੋੜ ਕੇ ਇਹਨਾਂ ਨੂੰ ਖੂਹ 'ਤੇ ਲੈ ਜਾਣਾ। ਇਹਨਾਂ ਨੂੰ ਵਿਛੋੜਾ ਪੈਂਦਾ ਹੈ, ਇਹ ਦੁਖੀ ਹੁੰਦੇ ਨੇ। ਗਾਈ ਪੁੱਤਾਂ, ਦੂਸਰਾ ਨਿਰਧਨਾ। ਤੇ ਜਿਹੜਾ ਬੰਦਾ ਰੋਜ਼ ਰੋਟੀ ਕਮਾ ਕੇ ਖਾਂਦਾ ਹੈ, ਮੈਂ ਤਾਂ ਅੱਗੇ ਵੀ ਆਉਂਦਾ ਹੁੰਦਾ ਹੈ, ਜਿਹੜੇ ਬੰਦੇ ਬੈਠ ਕੇ ਰੋਟੀ ਖਾਂਦੇ ਆ ਨਾ, ਉਹਨਾਂ ਨੂੰ ਸ਼ੁਕਰ ਕਰਨਾ ਚਾਹੀਦਾ ਰੱਬ ਦਾ, ਕਿਉਂਕਿ ਰੋਟੀ ਕਮਾ ਕੇ ਖਾਣੀ ਬੜੀ ਮੁਸ਼ਕਲ ਆ। ਦਿਹਾੜੀ ਲਾ ਕੇ ਫਿਰ ਆਟਾ ਖਰੀਦਣਾ, ਦਾਲਾਂ ਖਰੀਦਣੀਆਂ, ਸਬਜ਼ੀ ਖਰੀਦਣੀ, ਇਹਨੂੰ ਕਹਿੰਦੇ ਰੋਟੀ ਕਮਾ ਕੇ ਖਾਣੀ। ਤੇ ਜਿਹਦਾ ਭੜੋਲਾ ਭਰਿਆ ਉਹ ਵੈਸੇ ਹੀ ਖਾ ਰਿਹਾ ਵਾ, ਬੈਠਾ ਹੀ ਖਾ ਰਿਹਾ, ਤੇ ਉਹਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਸਾਹਿਬ ਕਹਿੰਦੇ ਗਾਈ ਪੁੱਤਾਂ, ਇਹ ਦੁਖੀ ਹੁੰਦੇ ਨੇ। ਨਿਰਧਨਾ, ਦੂਸਰੇ ਨਿਰਧਨ ਵਿਅਕਤੀ, ਝੜੀਆਂ ਲੱਗ ਜਾਣੀਆਂ, ਕੋਈ ਕੰਮ ਮਿਲਣਾ ਨਾ, ਘਰ ਖਾਣ ਨੂੰ ਰੋਟੀ ਨਾ ਆਉਣੀ, ਬੜੀ ਵੱਡੀ ਮੁਸ਼ਕਿਲ ਬਣਨੀ। ਅੱਗ ਨਾ ਬਲਣੀ, ਬਾਲਣਾ ਸੁੱਕਾ ਹੋਣਾ, ਇਹ ਦਿਨ ਵੇਖੇ ਆ, ਹੁੰਦੇ ਸੀ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ। ਇਹ ਹੁਣ ਤਾਂ ਆ ਗੈਸ ਆ ਗਏ, ਜਦੋਂ ਗੈਸ ਨਹੀਂ ਉਹਦੇ ਬਾਲਣ ਸੌਣ 'ਚ ਝੜੀਆਂ ਲੱਗਣੀ 15 ਦਿਨ ਦੀ, ਅਤੇ ਬਾਲਣ ਗਲ ਜਾਣਾ, ਮੀਂਹ ਨਹੀਂ ਬਲਣਾ ਹੀ ਨਾ ਮੁੜ ਕੇ, ਅਤੇ ਬੜਾ ਦੁੱਖ ਹੋਣਾ, ਰੋਟੀ ਨਾ ਪੱਕਣੀ। ਗਾਈ ਪੁੱਤਾਂ ਨਿਰਧਨਾ। ਤੇ ਤੀਸਰਾ ਪੰਥੀ, ਪੰਥੀ ਪੰਥ, ਪੰਥ ਮੈਣੇ ਰਾਹ, ਪੰਥੀ ਮੈਣੇ ਉੱਤੇ ਚੱਲਣ ਵਾਲੇ ਰਾਹੀ। ਜਿਹੜੇ ਰਾਹ 'ਤੇ ਤੁਰਨ ਵਾਲੇ ਲੋਕ ਸੀ, ਉਹ ਵੀ ਸਾਉਣ ਮਹੀਨੇ 'ਚ ਇੱਕ ਥਾਂ 'ਤੇ ਬਹਿ ਜਾਂਦੇ ਸੀ। ਸਾਉਣ ਭਾਦੋਂ ਦੇ ਵਿੱਚ ਉਹ ਨਿਕਲਦੇ ਨਹੀਂ ਸੀ ਬਾਹਰ। ਕਿਉਂ? ਬਾਹਰ ਪਾਣੀ ਪਾਣੀ ਆ, ਨਦੀਆਂ ਨਾਲਿਆਂ ਉੱਤੇ ਪੁਲ ਕੋਈ ਨਹੀਂ, ਕੋਈ ਬੇੜੀ ਕੋਈ ਨਹੀਂ, ਕੋਈ ਸੜਕ ਕੋਈ ਨਹੀਂ, ਕਿੱਧਰ ਨੂੰ ਜਾਣਾ ਹੁਣ। ਅਤੇ ਜਿਹੜੇ ਪੰਥੀ ਲੋਕ ਸਨ, ਜਿਹੜੇ ਰਾਹੀ ਲੋਕ ਸਨ, ਉਹਨਾਂ ਨੂੰ ਇਹ ਬੜੀ ਵੱਡੀ ਮੁਸ਼ਕਿਲ ਖੜੀ ਕਰਦਾ ਸੀ ਸਾਉਣ ਮਹੀਨਾ, ਕਿਉਂ ਕਿਤੇ ਆਇਆ ਜਾਇਆ ਨਹੀਂ ਜਾਣਾ। ਅਤੇ ਉਦੋਂ ਇੱਕ ਪ੍ਰਥਾ ਹੁੰਦੀ ਸੀ ਵੀ ਜਿਸ ਧੀ ਦਾ ਵਿਆਹ ਹੋਇਆ ਵਾ ਨਾ, ਅਜੇ ਸਾਲ ਨਹੀਂ ਹੋਇਆ, ਨਵਾਂ ਨਵਾਂ ਹੋਇਆ ਵਾ, ਅਤੇ ਉਹਨੂੰ ਸਾਉਣ ਮਹੀਨਾ ਚੜ੍ਹਨ ਤੋਂ ਪਹਿਲਾਂ ਪਹਿਲਾਂ ਪੇਕੇ ਲੈ ਆਓ। ਕਾਰਨ ਕਿ ਮੁੜ ਕੇ ਪਾਣੀ ਦੇ ਵਿੱਚ ਉੱਥੋਂ ਸਹੁਰੇ ਪਰਿਵਾਰ ਤੱਕ ਪਹੁੰਚਿਆ ਨਹੀਂ ਜਾਣਾ। ਮੁੜ ਕੇ ਰਾਹ ਕੋਈ ਨਹੀਂ, ਸੜਕ ਕੋਈ ਨਹੀਂ, ਪੁਲ ਕੋਈ ਨਹੀਂ, ਬੇੜੀ ਕੋਈ ਨਹੀਂ, ਪਾਣੀ, ਮੀਂਹ ਬਹੁਤ ਪੈਂਦੇ ਨੇ। ਅਤੇ ਪ੍ਰਥਾ ਚੱਲ ਗਈ ਵੀ ਕੁੜੀ ਨੂੰ ਪਹਿਲਾਂ ਪਹਿਲਾਂ ਪੇਕੇ ਲੈ ਆਓ, ਸਾਉਣ ਮਹੀਨੇ 'ਚ ਮੁੜ ਕੇ ਲਿਆਂਦੀ ਨਹੀਂ ਜਾਣੀ, ਅਤੇ ਨਾ ਸਾਡੇ ਕੋਲ ਉੱਥੇ ਜਾਇਆ ਹੀ ਜਾਣਾ। ਇਹ ਉਦੋਂ ਮਜਬੂਰੀ ਸੀ, ਉਹ ਮਜਬੂਰੀ ਹੀ ਮੁੜ ਕੇ ਪ੍ਰਥਾ ਬਣ ਜਾਂਦੀ ਹੈ। ਮਜਬੂਰੀ ਹੀ ਮੁੜ ਕੇ ਜਿਹੜੀ ਆ ਉਹ ਰੀਤ ਬਣ ਜਾਂਦੀ ਹੈ, ਲੋਕ ਰੀਤ ਬਣ ਜਾਂਦੀ ਹੈ। ਉਹ ਜਿੱਦਾਂ ਪੁਰਾਣੇ ਸਮੇਂ 'ਚ ਵੱਡੇ ਵੱਡੇ ਗੇਟ ਹੁੰਦੇ ਸੀ ਲੱਕੜਾਂ ਦੇ, ਉਹ ਜਦੋਂ ਖੋਲ੍ਹਣਾ ਉਹਨਾਂ ਨੂੰ ਚੀ ਚੀ ਕਰਨਾ, ਕਿਉਂਕਿ ਲੱਕੜ ਦੇ ਤੇ ਉਹਨਾਂ ਨੂੰ ਕਬਜ਼ੇ ਲੱਗੇ ਹੁੰਦੇ ਸਨ, ਲੋਹਾ ਤਾਂ ਹੁੰਦਾ ਹੀ ਨਹੀਂ ਸੀ ਉਦੋਂ। ਉਹ ਜਦੋਂ ਕੋਈ ਖੁਸ਼ੀ ਗਮੀ ਹੋਣੀ ਤਾਂ ਉਹਨੂੰ ਤੇਲ ਦੇ ਦੇਣਾ ਲੱਕੜਾਂ ਨੂੰ, ਵੀ ਚੀ ਚੀ ਨਾ ਕਰੇ, ਗੇਟ ਨੂੰ ਤੇਲ ਦੇ ਦੇਣਾ ਕਬਜ਼ਿਆਂ ਨੂੰ। ਅਤੇ ਉਹ ਪ੍ਰਥਾ ਹੀ ਬਣ ਗਈ ਹੁਣ, ਜਿਹਦੇ ਨਹੀਂ ਕੋਈ ਦਰਵਾਜ਼ਾ ਲੱਗਾ ਹੁੰਦਾ, ਉਹ ਇੱਕ ਖੁਸ਼ੀ ਦੇ ਮੌਕੇ 'ਤੇ ਬੂਹੇ ਅੱਗੇ ਤੇਲ ਚੋ ਦਿੰਦਾ। ਮਜਬੂਰੀਆਂ ਹੀ ਰੀਤਾਂ ਬਣਦੀਆਂ ਨੇ, ਮਜਬੂਰੀਆਂ ਹੀ ਜਿਹੜੀਆਂ ਵਾ ਉਹ ਅੱਗੇ ਜਾ ਕੇ ਪ੍ਰਥਾ ਬਣ ਜਾਂਦੀਆਂ ਨੇ, ਧਰਮ ਨਾਲ ਜੁੜ ਜਾਂਦੀਆਂ ਨੇ, ਸਮਾਜ ਨਾਲ ਜੁੜ ਜਾਂਦੀਆਂ ਨੇ। ਸਮਾਂ ਸੀ ਕਿ ਜਦੋਂ ਮੁਰਦੇ ਨੂੰ ਸਾੜਨ ਵਾਸਤੇ ਬਾਲਣ ਨਹੀਂ ਸੀ ਰੇਗਿਸਤਾਨ ਦੇ ਵਿੱਚ, ਅਤੇ ਦੱਬਣ ਦੀ ਪ੍ਰਥਾ ਸ਼ੁਰੂ ਹੋ ਗਈ, ਅਤੇ ਉਹ ਮੁੜ ਕੇ ਧਰਮ ਨਾਲ ਜੁੜ ਗਈ। ਇਹ ਕਾਰਨ ਬਣ ਜਾਂਦੇ ਨੇ।
ਸਾਹਿਬ ਕਹਿੰਦੇ ਗਾਈ ਪੁੱਤਾਂ ਨਿਰਤਨਾ ਪੰਥੀ। ਰਾਈਆਂ ਨੂੰ ਬੜੀ ਮੁਸ਼ਕਲ ਆਉਂਦੀ ਸੀ, ਇੱਕ ਥਾਂ ਤੋਂ ਦੂਸਰੇ ਥਾਂ 'ਤੇ ਜਾ ਨਹੀਂ ਸਕਦੇ, ਤੇ ਇਸੇ ਕਰਕੇ ਧੀ ਨੂੰ ਫਿਰ ਸਾਉਣ ਮਹੀਨੇ ਤੋਂ ਪਹਿਲਾਂ ਪਹਿਲਾਂ ਪੇਕੇ ਲਿਆਇਆ ਜਾਂਦਾ ਸੀ, ਮੁੜ ਕੇ ਜਾਇਆ ਨਹੀਂ ਜਾਣਾ। ਇਹ ਮੁੜ ਕੇ ਬੜੀ ਪ੍ਰਥਾ ਚੱਲਦੀ ਰਹੀ, ਹੁਣ ਮੁੱਕ ਗਈ ਇਹ ਵੀ। ਤੇ ਚੌਥਾ ਮਹਾਰਾਜ ਕਹਿੰਦੇ ਆ ਕਿ ਪੰਥੀ ਚਾਕਰ ਹੋਏ। ਚਾਕਰ ਜਿਹੜੇ ਲੋਕਾਂ ਨੇ ਨੌਕਰ ਰੱਖੇ ਹੁੰਦੇ ਸੀ, ਬੜੇ ਬੜੇ ਜ਼ਿਮੀਂਦਾਰਾਂ ਨੇ ਨੌਕਰ ਰੱਖੇ ਹੁੰਦੇ ਸੀ, ਕਾਮੇ ਰੱਖੇ ਹੁੰਦੇ ਸੀ, ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਸਨ, ਉਹਨਾਂ ਨੇ ਚਾਕਰ ਰੱਖੇ ਹੁੰਦੇ ਸੀ। ਤੇ ਹੁਣ ਭਾਵੇਂ ਮੀਂਹ ਜਾਵੇ, ਹਨੇਰੀ ਜਾਵੇ, ਚਾਕਰ ਨੂੰ ਤਾਂ ਕੰਮ ਕਰਨਾ ਹੀ ਪੈਣਾ ਵਾ। ਉਹ ਕੋਈ ਸਰਕਾਰੀ ਅਦਾਰਾ ਥੋੜ੍ਹਾ ਵੀ ਉੱਥੋਂ ਫੋਨ ਕਰ ਦੂੰ ਮੈਂ 2 ਘੰਟੇ ਲੇਟ ਆਉਣਾ, ਜਾਂ ਇੱਥੇ ਹਾਜ਼ਰੀ ਲਾ ਦੀ ਮੇਰੇ ਕੋਲ ਨਹੀਂ ਆਇਆ ਜਾਣਾ, ਜਾਂ ਇੱਥੇ ਛੁੱਟੀ ਲਿਖ ਕੇ ਰੱਖ ਦੇ ਇੱਥੇ ਮੇਰੀ। ਇੱਦਾਂ ਹੀ ਚੱਲਦਾ ਸਰਕਾਰੀ ਦਰਬਾਰਾਂ 'ਚ। ਹੁਣ ਕਿਸੇ ਪ੍ਰਾਈਵੇਟ ਬੰਦੇ ਕੋਲ ਕੋਈ ਚਾਕਰ ਵਾ ਤੇ ਉੱਥੇ ਥੋੜ੍ਹਾ ਬਹਾਨਾ ਕੋਈ ਚੱਲਣਾ ਵਾ ਕਿ ਜ਼ਿਮੀਂਦਾਰ ਦਾ ਕੋਈ ਚਾਕਰ ਵਾ, ਉਹਨੇ ਕੋਈ ਮਾਲ ਡੰਗਰ ਰੱਖਿਆ, ਉਹਨੂੰ ਪੱਠਾ ਧੋਣ ਪਾਉਣਾ ਹੀ ਪੈਣਾ। ਤੇ ਉਹ ਸਮੇਂ ਦੌਰਾਨ ਫਿਰ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਚਾਕਰ ਲੋਕ ਸਨ, ਨੌਕਰੀਆਂ ਕਰਦੇ ਸਨ, ਇਹਨਾਂ ਨੂੰ ਬੜੀ ਵੱਡੀ ਮੁਸ਼ਕਿਲ ਬਣ ਜਾਂਦੀ ਸੀ। ਇਹ 4 ਦੁਖੀ ਹੁੰਦੇ ਸਨ। ਉਹ ਕਿਹੜੇ? ਗਾਈ ਪੁੱਤਾਂ, ਇਹ ਪਹਿਲੇ ਬਲਦਾਂ ਨੂੰ, ਨਿਰਤਨਾ ਗਰੀਬ ਲੋਕਾਂ ਦੀ ਦਿਹਾੜੀ ਲਾ ਕੇ ਰੋਟੀ ਖਾਣ ਵਾਲਿਆਂ 'ਤੇ ਵੱਡੀ ਮੁਸ਼ਕਿਲ ਬਣ ਜਾਣੀ ਇਸ ਮਹੀਨੇ ਵਿੱਚ। ਨਿਰਤਨਾ ਪੰਥੀ ਰਾਹਦਾਰਾਂ ਨੂੰ, ਚਾਕਰਾਂ ਨੂੰ ਬੜੀ ਮੁਸ਼ਕਿਲ ਬਣਦੀ ਸੀ। ਪਰ ਇਹ ਤੇਰੇ ਹੁਕਮੇ ਸਾਹਮਣੇ ਆਇਆ। ਇਹ ਰੁੱਤਾਂ ਨੇ, ਇਹ ਆਉਣੀਆਂ ਨੇ, ਭਾਵੇਂ ਕੋਈ ਦੁਖੀ ਰਹੇ, ਭਾਵੇਂ ਕੋਈ ਸੁਖੀ ਹੋਵੇ, ਭਾਵੇਂ ਕੋਈ ਡੁੱਬ ਜੇ ਤੇ ਭਾਵੇਂ ਕੋਈ ਸੁੱਕ ਜਾਵੇ। ਇਹ ਤਾਂ ਰੁੱਤਾਂ ਰੱਬ ਨੇ ਬਣਾਈਆਂ ਨੇ, ਤੇ ਆਵੇ ਵਾਰੋ ਵਾਰ, ਰੁੱਤੀ ਮਾਂ ਆਵੇ ਵਾਰੋ ਵਾਰ। ਇਹ 6 ਰੁੱਤਾਂ ਨੇ, ਸਾਉਣ ਤੇ ਭਾਦੋਂ, ਜੇਠ ਤੇ ਹਾੜ, ਚੇਤ ਤੇ ਵਿਸਾਖ। ਇਹ 2 ਮਹੀਨੇ ਦੀ ਰੱਬ ਨੇ ਇੱਕ ਰੁੱਤ ਰੱਖੀ ਹੋਈ ਹੈ। ਚੇਤ ਤੇ ਵਿਸਾਖ ਬਹੁਤੀ ਗਰਮੀ ਨਹੀਂ ਹੁੰਦੀ, ਠੰਡ ਤੇ ਹੁੰਦੀ ਨਹੀਂ ਉਦੋਂ। ਤੇ ਜੇਠ ਹਾੜ ਜਿਹੜਾ ਹੈ ਇਹ ਸਾੜਦਾ ਹੈ। ਅਸਾੜ ਤਪੰਦਾ ਤਿਸ ਲੱਗੇ, ਮਾਹੋਂ ਜੇਠ ਭਲਾ। ਤੇ ਸਾਉਣ ਭਾਦੋਂ ਤੀਸਰੀ ਰੁੱਤ ਵਾ। ਅੱਸੂ ਕੱਤੇ ਠੰਡੀ ਮਿੱਟੀ ਰੁੱਤ ਵਾ, ਅੱਸੂ ਤੇ ਕੱਤੇ। ਤੇ ਫਿਰ ਅੱਗੇ ਪੋਹ, ਮਾਘ, ਮੱਘਰ, ਇਹ ਰੁੱਤਾਂ ਫਿਰ ਬਦਲਦੀਆਂ ਜਾਂਦੀਆਂ। ਅੱਸੂ ਕੱਤੇ ਮੱਘਰ ਪੋਹ, ਇਹ 2 ਮਹੀਨੇ ਦੀ ਇੱਕ ਰੁੱਤ ਆ। 6 ਰੁੱਤਾਂ ਨੇ। ਸਾਹਿਬ ਕਹਿੰਦੇ ਨਾਨਕ ਸਾਵਣ ਜੇ ਵਸੇ, ਚੌਂ ਵਿਛੋੜਾ ਹੋਵੇ। ਨਾਨਕ ਸਾਵਣ ਜੇ ਵਸੇ, ਚੌਂ ਉਮਾਹਾ ਹੋਏ। ਇਹ ਰੱਬ ਦਾ ਨਿਯਮ ਹੈ, ਇਹ ਆਪਣੇ ਆਪ ਧਰਤੀ ਉੱਤੇ ਲਾਗੂ ਆ। ਇਹ ਚੱਲਦਾ ਰਹਿਣਾ, ਕੋਈ ਹੱਸੇ ਤੇ ਕੋਈ ਰੋਵੇ, ਇਹ ਮਿਟਣਾ ਨਹੀਂ ਹੈ। ਹਾਂ, ਲੇਖ ਨਾ ਮਿਟੀ ਹੈ ਸਕੀ, ਜੋ ਲਿਖਿਆ ਕਰਤਾਰੇ। ਕਰਤਾਰ ਨੇ ਬਣਾਇਆ ਨੇ, ਮੈਨੂੰ ਨਹੀਂ ਕੋਈ ਭੰਗ ਕਰ ਸਕਦਾ। ਮੈਂ ਸੁਣ ਰਿਹਾ ਸੀ ਕਿ ਵਿਦੇਸ਼ਾਂ ਦੇ ਅੰਦਰ ਸਾਲ ਪਿੱਛੋਂ ਸੋਚਦੇ ਵੀ ਵਿਧਾਨ ਦੇ ਵਿੱਚ ਕਿਹੜੀ ਤਬਦੀਲੀ ਲਿਆਈਏ, ਸੰਵਿਧਾਨ ਦੇ ਵਿੱਚ, ਜਿਹਦੇ ਰਾਹੀਂ ਲੋਕਾਂ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਅਤੇ ਸਾਡਾ 100 ਸਾਲ ਪੁਰਾਣਾ ਲਿਖਿਆ ਉਹੀ ਚੁੱਕੀ ਫਿਰਦੇ ਨੇ। ਕਹਿੰਦੇ ਫਲਾਣਾ ਬੰਦਾ ਬਣਾ ਗਿਆ ਸੰਵਿਧਾਨ, ਇਸ ਨੂੰ ਨਹੀਂ ਬਦਲਣਾ। ਹੁਣ ਉਹ ਨਹੀਂ ਬਦਲਣਾ ਚਾਹੀਦਾ ਹੈ। ਲੋਕ ਬਦਲ ਗਏ ਨੇ, ਦੁਨੀਆ ਬਦਲ ਗਈ ਆ। ਪੱਖੀਆਂ ਤੋਂ ਪੱਖੀਆਂ ਤੋਂ ਲੋਕ ਏਸੀਆਂ ਤੱਕ ਪਹੁੰਚ ਗਏ ਆ, ਬਦਲ ਗਈ ਆ। ਅਤੇ ਸੰਵਿਧਾਨ ਨੂੰ ਬਦਲਣਾ ਕਿਉਂ ਨਹੀਂ ਹੈ? ਠੀਕ, ਬਦਲਣਾ ਚਾਹੀਦਾ ਸੰਵਿਧਾਨ ਵੀ। ਹਰ 5 ਸਾਲਾਂ ਬਾਅਦ ਇੱਕ ਨਵਾਂ ਸੰਵਿਧਾਨ ਲਾਗੂ ਹੋਣਾ ਚਾਹੀਦਾ। ਪਹਿਲੇ ਨੂੰ ਕੰਡਮ ਕਰਨਾ ਚਾਹੀਦਾ। ਪਰ ਨਹੀਂ, ਦੁਨੀਆ ਕਹਿੰਦੀ ਜਿਹੜੀ ਬਣ ਗਿਆ ਬਣ ਗਿਆ। ਇਸੇ ਕਰਕੇ ਅਸੀਂ ਪਛੜ ਗਏ ਹਾਂ ਨਾ।
ਉਹ ਲੋਕ ਅੱਗੇ ਲੰਘ ਗਏ ਨੇ, ਸਾਲ ਪਿੱਛੋਂ ਵਹਿੰਦੇ ਨੇ ਕਿਹੜਾ ਸੰਵਿਧਾਨ ਦੀ ਗੱਲ ਠੀਕ ਨਹੀਂ, ਕੱਢ ਕੇ ਪਰਾਂ ਮਾਰਦੇ ਨੇ, ਨਵੀਂ ਲਿਖ ਦਿੰਦੇ ਨੇ। ਸਾਡੇ ਇੱਥੇ ਜਾਤਾਂ ਪਾਤਾਂ ਦਾ ਫਿਕਰ ਦੇ ਲੋਕੀ ਮਗਰ ਲੱਗੇ ਹੋਏ ਨੇ।